ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮੋਟੀਵੇਟਡ ਐਵਰੀਡੇ ਦੇ ਵਿੱਚ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਜੇਠਾ ਜੀ ਨੂੰ ਗੁਰਿਆਈ ਅਤੇ ਉਮਰ ਦੀ ਬਖਸ਼ਿਸ਼ ਕਰਨਾ। ਗੁਰੂ ਚੱਕ ਤੋਂ ਆਣ ਕੇ ਸ਼੍ਰੀ ਜੇਠਾ ਜੀ ਰਾਤ ਦਿਨ ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਅਤੇ ਆਗਿਆ ਪਾਲਣ ਵਿੱਚ ਤਤਪਰ ਰਹਿੰਦੇ। ਆਪ ਜੀ ਦੀ ਅਤੇ ਬੀਬੀ ਭਾਨੀ ਜੀ ਦੀ ਸੇਵਾ ਤੇ ਪ੍ਰਸੰਨ ਹੋ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਜੇਠਾ ਜੀ ਨੂੰ ਹਰ ਪ੍ਰਕਾਰ ਗੁਰਗੱਦੀ ਦੇ ਯੋਗ ਸਮਝ ਲਿਆ। ਪਰੰਤੂ ਜਦ ਆਪ ਜੀ ਨੇ ਦਿਵ ਦ੍ਰਿਸ਼ਟੀ ਨਾਲ ਵੇਖਿਆ ਤਾਂ ਸ਼੍ਰੀ ਜੇਠਾ ਜੀ ਦੀ ਆਯੂ ਬਹੁਤ ਥੋੜੀ ਬਾਕੀ ਰਹਿੰਦੀ ਸੀ। ਇਸ ਵਾਸਤੇ ਆਪ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਨੂੰ ਕਿਹਾ, ਬੇਟਾ, ਅਸਾਂ ਵੇਖਿਆ ਹੈ ਕਿ ਤੇਰੇ ਪਤੀ ਸ਼੍ਰੀ ਜੇਠਾ ਜੀ ਦੀ ਆਯੂ ਬਹੁਤ ਥੋੜੀ ਰਹਿ ਗਈ ਹੈ, ਪਰ ਅਸੀਂ ਨਹੀਂ ਚਾਹੁੰਦੇ ਕਿ ਉਹ ਇਸ ਸਮੇਂ ਸੰਸਾਰ ਤੋਂ ਚਲਿਆ ਜਾਵੇ, ਜਦੋਂ ਕਿ ਉਸਨੇ ਅਜੇ ਬਹੁਤ ਪਰਉਪਕਾਰ ਦੇ ਕਾਰਜ ਕਰਨੇ ਹਨ। ਇਹ ਕਾਰਜ ਉਹ ਤਦ ਹੀ ਕਰ ਸਕਦਾ ਹੈ ਜੇਕਰ ਉਸਨੂੰ ਅਸੀਂ ਗੁਰਗੱਦੀ ਉੱਤੇ ਬਿਠਾਈਏ। ਇਸ ਕਾਰਜ ਦੇ ਪੂਰਾ ਕਰਨ ਵਾਸਤੇ ਅਸੀਂ ਗੁਰਿਆਈ ਦਾ ਤਿਲਕ ਅਤੇ ਆਪਣੀ ਬਾਕੀ ਰਹਿੰਦੀ ਆਯੂ ਸ਼੍ਰੀ ਜੇਠਾ ਜੀ ਨੂੰ ਦੇ ਕੇ ਸੱਚਖੰਡ ਧਿਆਨਾ ਕਰ ਜਾਂਦੇ ਹਾਂ। ਉਪਰੰਤ ਸ਼੍ਰੀ ਗੁਰੂ ਜੀ ਨੇ ਆਪਣੇ ਸਪੁੱਤਰਾਂ ਮੋਹਣ ਜੀ ਅਤੇ ਮੋਹਰੀ ਜੀ ਤਥਾ ਸਾਰੇ ਪਰਿਵਾਰ ਤੇ ਸਿੱਖ ਸੇਵਕਾਂ ਨੂੰ ਆਪਣੇ ਪਾਸ ਬੁਲਾ ਕੇ ਦੱਸਿਆ, ਸਾਨੂੰ ਤੁਰਗ ਦਰਗਾਹ ਤੋਂ ਸੱਦਾ ਆ ਗਿਆ ਹੈ, ਸਾਡੀ ਹੁਣ ਸਰੀਰ ਤਿਆਗਣ ਦੀ ਤਿਆਰੀ ਹੈ। ਸ਼੍ਰੀ ਜੇਠਾ ਜੀ ਨੇ ਪ੍ਰੇਮਾ ਭਗਤੀ ਕਰਕੇ ਸਾਨੂੰ ਵਸ ਕਰ ਲਿਆ ਹੈ। ਅਸੀਂ ਇਹਨਾਂ ਨੂੰ ਹਰ ਤਰ੍ਹਾਂ ਗੁਰਗੱਦੀ ਦੇ ਯੋਗ ਸਮਝ ਕੇ ਗੁਰਿਆਈ ਦਾ ਤਿਲਕ ਦਿੰਦੇ ਹਾਂ। ਇਹਨਾਂ ਨੂੰ ਮੇਰਾ ਰੂਪ ਹੀ ਸਮਝਣਾ ਅਤੇ ਸਦਾ ਆਗਿਆ ਵਿੱਚ ਰਹਿਣਾ। ਦੂਸਰੇ ਦਿਨ ਭਾਦਰੋਂ ਸੁਦੀ ਨੂੰ ਸਤਿਗੁਰੂ ਜੀ ਨੇ ਸਭ ਸਿੱਖ ਸੇਵਕਾਂ ਦੇ ਪਰਿਵਾਰ ਦੇ ਸਾਹਮਣੇ ਸ੍ਰੀ ਜੇਠਾ ਜੀ ਨੂੰ 5 ਪੈਸੇ ਤੇ ਨਰੇਲ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਅਤੇ ਆਪਣੇ ਹੱਥੀਂ ਆਪਣੀ ਗੁਰਗੱਦੀ ਦੇ ਆਸਣ ਉੱਤੇ ਬਿਠਾ ਦਿੱਤਾ। ਉਪਰੰਤ ਕਿਹਾ ਕਿ ਹੁਣ ਇਹ ਆਪਣੇ ਅਸਲੀ ਨਾਮ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਅਖਵਾਉਣਗੇ। ਜੇਠਾ ਜੀ ਇਹਨਾਂ ਦੀ ਅਲ ਸੀ ਜੋ ਅੱਜ ਤੋਂ ਸਮਾਪਤ ਹੈ। ਉਪਰੰਤ ਭਾਈ ਬੁੱਢਾ ਜੀ ਨੇ ਆਪ ਜੀ ਨੂੰ ਗੁਰਿਆਈ ਦਾ ਤਿਲਕ ਕਰ ਦਿੱਤਾ ਅਤੇ ਗੁਰਸਿੱਖਾਂ ਨੇ ਉੱਠ ਕੇ ਮੱਥਾ ਟੇਕਿਆ ਅਤੇ ਭੇਟਾ ਅਰਪਣ ਕਰਕੇ ਸ਼੍ਰੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਫਿਰ ਜਦ ਸ਼੍ਰੀ ਮੋਹਣ ਜੀ ਤੇ ਮੋਹਰੀ ਜੀ ਆਪਣੇ ਸਪੁੱਤਰਾਂ ਨੂੰ ਸਤਿਗੁਰੂ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਹੋਰ ਸਿੱਖਾਂ ਵਾਂਗੂ ਮੱਥਾ ਟੇਕਣ ਵਾਸਤੇ ਆਖਿਆ ਤਾਂ ਸ਼੍ਰੀ ਮੋਹਣ ਜੀ ਨੇ ਰੋਸ ਪ੍ਰਗਟ ਕੀਤਾ ਕਿ ਸਾਡੀ ਚੀਜ਼ ਤੁਸਾਂ ਇਹਨਾਂ ਨੂੰ ਦੇ ਦਿੱਤੀ ਹੈ। ਇਹਨਾਂ ਨੂੰ ਇਹ ਉਚਿਤ ਨਹੀਂ ਸੀ ਕਿ ਆਪ ਜੀ ਦੇ ਪਿੱਛੋਂ ਗੁਰਗੱਦੀ ਦੇ ਮਾਲਕ ਹੀ ਬਣ ਬੈਠਦੇ। ਇਤਿਆਦਿਕ ਬਚਨ ਕਰਕੇ ਸ਼੍ਰੀ ਮੋਹਣ ਜੀ ਘਰ ਨੂੰ ਚਲੇ ਗਏ ਅਤੇ ਸ਼੍ਰੀ ਮੋਹਰੀ ਜੀ ਨੇ ਆਪਣੇ ਪਿਤਾ ਗੁਰੂ ਜੀ ਦੀ ਆਗਿਆ ਅਨੁਸਾਰ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਮੰਨ ਕੇ ਮੱਥਾ ਟੇਕ ਦਿੱਤਾ। ਇਸ ਆਪਣੇ ਪਰਲੋਕ ਗਮਨ ਦੀ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਸਥਾਪਨ ਕਰਨ ਦੀ ਅਤੇ ਮੋਹਰੀ ਜੀ ਅਤੇ ਹੋਰ ਸੇਵਕਾਂ ਵੱਲੋਂ ਆਪ ਜੀ ਦੀ ਆਗਿਆ ਮੰਨ ਕੇ ਲੈਣ ਦੀ ਵਾਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਹੈ। ਇਹ ਕਾਰਜ ਕਰਕੇ ਸਤਿਗੁਰੂ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਨੂੰ ਕਿਹਾ, ਬੇਟਾ, ਜੋ ਤੇਰੇ ਮਨ ਦੀ ਇੱਛਾ ਹੈ ਉਹ ਮੰਗ ਲੈ, ਅਸੀਂ ਤੇਰੇ ਕਰਤੱਵ ਤੇ ਬਹੁਤ ਪ੍ਰਸੰਨ ਹਾਂ। ਬੀਬੀ ਜੀ ਨੇ ਗੁਰੂ ਪਿਤਾ ਜੀ ਦੀ ਪ੍ਰਸੰਨਤਾ ਵੇਖ ਕੇ ਕਿਹਾ, ਪਿਤਾ ਜੀ, ਮੈਨੂੰ ਤੁਸਾਂ ਸਭ ਕੁਝ ਬਖਸ਼ਿਆ ਹੈ ਅਤੇ ਮੈਂ ਹਰ ਤਰ੍ਹਾਂ ਸੰਤੁਸ਼ਟ ਹਾਂ, ਪਰ ਜੇ ਆਪ ਵਧੇਰੀ ਕਿਰਪਾ ਕਰਨੀ ਚਾਹੁੰਦੇ ਹੋ ਤਾਂ ਇਹ ਕਰੋ ਕਿ ਗੱਦੀ ਦੀ ਦਾਤ ਜੋ ਤੁਸਾਂ ਮੇਰੇ ਪਤੀ ਜੀ ਨੂੰ ਬਖਸ਼ੀ ਹੈ, ਇਹ ਮੇਰੇ ਘਰ ਵਿੱਚ ਹੀ ਰਹੇ, ਹੋਰ ਕਿਸੇ ਪਾਸ ਨਾ ਜਾਵੇ। ਬੀਬੀ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਪੁੱਤਰੀ, ਇਹ ਮੇਵਾ ਸੇਵਾ ਦਾ ਹੈ ਅਤੇ ਇਹ ਸੇਵਕ ਦੀ ਦਾਤ ਹੈ। ਤੁਸਾਂ ਵਗਦੇ ਪਾਣੀ ਨੂੰ ਬੰਨ ਮਾਰਿਆ ਹੈ। ਗੁਰਿਆਈ ਤਾਂ ਤੇਰੇ ਘਰ ਵਿੱਚ ਹੀ ਰਹੇਗੀ, ਪਰ ਇਸ ਵਿੱਚ ਕਲੇਸ਼ ਬਣਿਆ ਰਹੇਗਾ। ਉਪਰੰਤ ਭਾਦਰੋਂ ਨੂੰ ਆਪ ਆਪਣੀ ਬਾਕੀ ਦੀ ਆਯੂ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਦੇ ਕੇ ਆਪ ਸਤਿਗੁਰੂ ਜੀ ਹਰ ਭਾਣਾ ਓ ਮੈਂ ਪਾਸ ਜਿਉ ਦਾ ਬਚਨ ਕਰਕੇ ਜੋਤੀ ਜੋਤ ਸਮਾ ਗਏ।
ਸ਼੍ਰੀ ਗੁਰੂ ਅਮਰਦਾਸ ਜੀ ਦਾ ਪਰਲੋਕ ਗਮਨ ਸੁਣ ਕੇ ਸਭ ਦੂਰ ਨੇੜੇ ਦੇ ਸਿੱਖ ਸੇਵਕ ਪਰਚਾਉਣੀ ਵਾਸਤੇ ਗੋਇੰਦਵਾਲ ਆ ਕੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਜਦ ਗੁਰੂ ਕਰਕੇ ਮੱਥਾ ਟੇਕਦੇ ਤਾਂ ਬਾਬਾ ਮੋਹਨ ਤੇ ਮੋਹਰੀ ਜੀ ਕੁਝ ਈਰਖਾ ਕਰਕੇ ਇਸ ਨੂੰ ਚੰਗਾ ਨਹੀਂ ਸਮਝਦੇ ਸਨ। ਇਹਨਾਂ ਦਾ ਇਸ ਤਰ੍ਹਾਂ ਦਾ ਵਰਤਾਓ ਵੇਖ ਕੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਸੋਚਿਆ ਕਿ ਜਿਨ੍ਹਾਂ ਦੇ ਚਰਨਾਂ ਨਾਲ ਸਾਡਾ ਪ੍ਰੇਮ ਸੀ ਉਹ ਤਾਂ ਬੇਕੁੰਠ ਨੂੰ ਸਿਧਾਰ ਗਏ ਹਨ ਅਤੇ ਉਹਨਾਂ ਪਿੱਛੋਂ ਇਹਨਾਂ ਦਾ ਸਾਡੇ ਨਾਲ ਈਰਖਾ ਵਾਲਾ ਵਰਤਾਓ ਹੈ। ਇਸ ਕਰਕੇ ਕਿਸੇ ਦਾ ਦਿਲ ਦਿਖਾਉਣਾ ਠੀਕ ਨਹੀਂ ਹੈ। ਇਸ ਦਾ ਤਾਤਪਰਜ ਇਹ ਹੈ ਕਿ ਜਦ ਬਾਬਰ ਬਾਦਸ਼ਾਹ ਵਰਗਾ ਜਿਸਨੇ ਬੇਅੰਤ ਜੀਵਾਂ ਦੇ ਘਰ ਘਾਟ ਉਜਾੜ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਹੋਵੇ ਉਹ ਆਪਣੇ ਪੁੱਤਰ ਨੂੰ ਆਪਣੀ ਉਮਰ ਦੇ ਸਕਦਾ ਹੈ ਤਾਂ ਸਤਿਗੁਰੂ ਅਮਰਦਾਸ ਜੀ ਜੋ ਪੂਰਨ ਬ੍ਰਹਮਾ ਦਾ ਰੂਪ ਸਨ ਆਪਣੀ ਉਮਰ ਇਸ ਤਰ੍ਹਾਂ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਕਿਉਂ ਨਹੀਂ ਦੇ ਸਕਦੇ ਸਨ। ਗੁਰੂ ਜੀ ਹਰ ਤਰ੍ਹਾਂ ਸਮਰੱਥ ਸਨ। ਸਾਡੇ ਵਿੱਚ ਕੇਵਲ ਸ਼ਰਧਾ ਤੇ ਪ੍ਰੇਮ ਦੀ ਲੋੜ ਹੈ। ਇਸ ਵਿਚਾਰ ਨਾਲ ਆਪ ਜੀ ਇਕੱਲੇ ਕੋਠੇ ਵਿੱਚ ਬੈਠ ਗਏ ਅਤੇ ਸਤਿਗੁਰੂ ਅਮਰਦਾਸ ਜੀ ਦੇ ਵਿਜੋਗ ਅਤੇ ਵੈਰਾਗ ਤੇ ਪ੍ਰੇਮਮਈ ਸੱਤ ਸ਼ਬਦ ਉਚਾਰਨ ਲੱਗੇ। ਆਪ ਜੀ ਦੀ ਜੀਵਨ ਕਥਾ ਵਿੱਚ ਲਿਖਿਆ ਹੈ ਕਿ ਜਦ ਆਪ ਜੀ ਐਸੇ ਵੈਰਾਗਮਈ ਸ਼ਬਦ ਪੜ੍ਹਨੇ ਹੁੰਦੇ ਸਨ ਤਾਂ ਆਪ ਜੀ ਦੇ ਨੇਤਰਾਂ ਵਿੱਚੋਂ ਜਲ ਧਾਰਾ ਵਹਿ ਤੁਰਦੀ ਸੀ, ਜਿਸ ਵਾਸਤੇ ਪ੍ਰੇਮੀ ਗੁਰਸਿੱਖ ਚਾਂਦੀ ਦੀਆਂ ਕਟੋਰੀਆਂ ਆਪ ਜੀ ਦੇ ਨੇਤਰਾਂ ਹੇਠਾਂ ਰੱਖ ਦਿੰਦੇ ਹੁੰਦੇ ਸਨ ਕਿ ਆਪ ਜੀ ਦੇ ਬਸਤਰ ਗਿੱਲੇ ਨਾ ਹੋ ਜਾਣ। ਸੋ ਜਦ ਅਜਿਹੀ ਵੈਰਾਗਮਈ ਤੇ ਨੀਰ ਵਹਾਉਣ ਵਾਲੀ ਦਸ਼ਾ ਵਿੱਚ ਕੁਝ ਸਮਾਂ ਬੀਤ ਗਿਆ ਤਾਂ ਆਪ ਜੀ ਦੇ ਦਰਸ਼ਨ ਨਾ ਹੋਣ ਕਰਕੇ ਬਾਹਰੋਂ ਆਈਆਂ ਸੰਗਤਾਂ ਵਿੱਚ ਬਹੁਤ ਨਿਰਾਸ਼ਤਾ ਫੈਲ ਗਈ, ਜਿਸ ਕਰਕੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਬੁੱਢਾ ਜੀ ਅਤੇ ਸ਼੍ਰੀ ਮੋਹਰੀ ਜੀ ਨੇ ਆਪ ਜੀ ਪਾਸ ਆ ਕੇ ਸੰਗਤਾਂ ਦੀ ਵਿਆਕੁਲਤਾ ਦੱਸੀ ਅਤੇ ਵੱਡੇ ਗੁਰੂਆਂ ਦਾ ਵਾਸਤਾ ਪਾ ਕੇ ਬਾਹਰ ਆਣ ਕੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਬੇਨਤੀ ਕੀਤੀ। ਆਪ ਜੀ ਦਾ ਬਾਹਰ ਆਉਣਾ ਸੁਣ ਕੇ ਜਦ ਸਭ ਸਿੱਖ ਸੰਗਤਾਂ ਦੀਵਾਨ ਲਾ ਕੇ ਬੈਠ ਗਈਆਂ ਤਾਂ ਆਪ ਜੀ ਦੀਵਾਨ ਵਿੱਚ ਆਣ ਕੇ ਵਿਰਾਜਮਾਨ ਹੋ ਗਏ ਅਤੇ ਆਪਣੇ ਦਰਸ਼ਨ ਉਪਦੇਸ਼ ਦੁਆਰਾ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਕਿਰਤਾਰਥ ਕੀਤਾ। ਆਪ ਜੀ ਕੁਝ ਸਮਾਂ ਇਸ ਤਰ੍ਹਾਂ ਹੀ ਗੋਇੰਦਵਾਲ ਬਿਰਾਜ ਕੇ ਸਿੱਖ ਸੰਗਤਾਂ ਨੂੰ ਨਾਮਦਾਨ ਦਾ ਉਪਦੇਸ਼ ਦੇ ਕੇ ਨਿਹਾਲ ਕਰਦੇ ਰਹੇ। ਇਸ ਉਪਰੰਤ ਬਾਬਾ ਮੋਹਨ ਜੀ ਅਤੇ ਮੋਹਰੀ ਜੀ ਤੋਂ ਆਗਿਆ ਲੈ ਕੇ ਗੁਰੂ ਚੱਕ ਆ ਗਏ। ਆਪ ਜੀ ਦਾ ਗੁਰੂ ਚੱਕ ਆਉਣਾ ਸੁਣ ਕੇ ਝੁਬਾਲ ਪਰਗਣੇ ਅਤੇ ਹੋਰ ਦੂਰ ਨੇੜੇ ਦੀਆਂ ਸੰਗਤਾਂ ਵਿਹੀਰਾ ਘੱਤ ਕੇ ਆਉਣ ਲੱਗ ਪਈਆਂ। ਆਪ ਜੀ ਨਿਤ ਪ੍ਰਤੀ ਦੀਵਾਨ ਸਜਾ ਕੇ ਬੈਠਦੇ ਅਤੇ ਸਿੱਖ ਸੇਵਕਾਂ ਨੂੰ ਆਪਣੇ ਦਰਸ਼ਨ ਦੁਆਰਾ ਨਿਹਾਲ ਕਰਦੇ। ਜਦ ਸਿੱਧਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਇਸ ਸਮੇਂ ਚੌਥੇ ਗੁਰੂ ਬੈਠੇ ਹਨ ਤਾਂ ਉਹ ਇਹ ਵੇਖਣ ਵਾਸਤੇ ਆਪ ਜੀ ਪਾਸ ਗੁਰੂ ਚੱਕ ਆਏ ਕਿ ਵੇਖੀਏ ਇਹ ਵੀ ਉਹਨਾਂ ਵਾਂਗ ਪੂਰਨ ਗੁਰੂ ਹਨ ਕਿ ਕੁਛ ਘੱਟ ਵੱਧ ਹਨ। ਇਹ ਵਿਚਾਰ ਕਰਕੇ ਸਿੱਧਾਂ ਦੀ ਇੱਕ ਜਮਾਤ ਆਈ ਅਤੇ ਉਸਨੇ ਗੁਰੂ ਜੀ ਨੂੰ ਆਣ ਕੇ ਆਦੇਸ਼ ਆਖਿਆ। ਗੁਰੂ ਜੀ ਨੇ ਸਤਿਕਾਰ ਨਾਲ ਆਪਣੇ ਪਾਸ ਬਿਠਾ ਕੇ ਸਿੱਧਾਂ ਨੂੰ ਕੁਸ਼ਲ ਆਨੰਦ ਪੁੱਛਿਆ। ਉਪਰੰਤ ਸਿੱਧਾਂ ਨੇ ਗੁਰੂ ਜੀ ਨੂੰ ਪਰਖਣ ਵਾਸਤੇ ਚਰਚਾ ਆਰੰਭ ਕਰਕੇ ਪੁੱਛਿਆ, ਗੁਰੂ ਜੀ ਜਦ ਤੁਹਾਡੇ ਸਿੱਖ ਅਸ਼ਟਾਂਗ ਯੋਗ ਨਹੀਂ ਸਿੱਖਦੇ ਤਾਂ ਇਹਨਾਂ ਦਾ ਮਨ ਯੋਗ ਤੋਂ ਬਿਨਾਂ ਥਿਰ ਨਹੀਂ ਹੋ ਸਕਦਾ ਅਤੇ ਮਨ ਸਥਿਰ ਹੋਏ ਤੋਂ ਬਿਨਾਂ ਆਤਮਾ ਦੀ ਪਹਿਚਾਣ ਨਹੀਂ ਹੁੰਦੀ। ਇਸ ਤੋਂ ਬਿਨਾਂ ਆਪਣੇ ਇਸ਼ਟ ਨਾਲ ਜੁੜਨਾ ਨਹੀਂ ਹੋ ਸਕਦਾ ਅਤੇ ਮਨ ਜੁੜਨ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਜਦ ਬੰਧਨ ਨਾ ਛੁੱਟੇ ਅਤੇ ਮੁਕਤੀ ਨਾ ਹੋਈ ਤਾਂ ਫਿਰ ਤੁਹਾਡੀ ਸਿੱਖੀ ਧਾਰਨ ਦਾ ਕੀ ਲਾਭ। ਸੋ ਸਾਡਾ ਇਹ ਸ਼ੰਕਾ ਹੈ, ਸਿੱਖੀ ਧਾਰਨ ਕਰਕੇ ਪੁਰਸ਼ ਨੂੰ ਕੁਛ ਪ੍ਰਾਪਤ ਨਹੀਂ ਹੁੰਦਾ। ਸਿੱਧਾਂ ਦੀ ਇਹ ਦਲੀਲ ਸੁਣ ਕੇ ਗੁਰੂ ਜੀ ਨੇ ਕਿਹਾ, ਸਾਡੇ ਮਤ ਵਿੱਚ ਯੋਗ ਨੂੰ ਜਿਸ ਦਾ ਆਸਰਾ ਹੈ ਉਹ ਸਤਿਨਾਮ ਹੈ। ਰਾਤ ਦਿਨ ਸਤਿਨਾਮ ਦਾ ਹਿਰਦੇ ਵਿੱਚ ਚਿੰਤਨ ਕਰਨ ਨਾਲ ਜਦ ਪ੍ਰੇਮਾ ਭਗਤੀ ਜਾਗ ਪੈਂਦੀ ਹੈ ਤਾਂ ਫਿਰ ਹੋਰ ਕਿਸੇ ਚੀਜ਼ ਵਿੱਚ ਬਿਰਤੀ ਨਹੀਂ ਲੱਗਦੀ।
ਐਸੇ ਨਾਮੀ ਪੁਰਸ਼ ਦੀ ਬਿਰਤੀ ਰਿੱਧੀਆਂ ਸਿੱਧੀਆਂ ਅਥਵਾ ਹੋਰ ਅਜਮਤਾਂ ਤਿਆਗ ਕੇ ਕੇਵਲ ਨਾਮ ਵਿੱਚ ਹੀ ਸਥਿਤ ਹੋ ਜਾਂਦੀ ਹੈ। ਪੁਰਸ਼ ਨੂੰ ਆਪਣੇ ਸਰੀਰ ਦੀ ਸੁੱਧ ਵੀ ਭੁੱਲ ਜਾਂਦੀ ਹੈ ਅਤੇ ਰਾਤ ਦਿਨ ਇੱਕ ਪ੍ਰਭੂ ਦੇ ਰੰਗ ਵਿੱਚ ਹੀ ਰੰਗਿਆ ਰਹਿੰਦਾ ਹੈ, ਜਿਸ ਕਰਕੇ ਉਸਨੂੰ ਸਹਿਜੇ ਹੀ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਇਸ ਜਗਤ ਪਸਾਰਾ ਉਸਨੂੰ ਸਭ ਆਪਣਾ ਆਪ ਹੀ ਦਿਸਣ ਲੱਗ ਜਾਂਦਾ ਹੈ। ਇੱਕ ਚਿੱਤ ਹੋ ਕੇ ਸਤਿਨਾਮ ਦਾ ਸਿਮਰਨ ਕਰਨਾ ਹੀ ਸਾਡੇ ਮਤ ਵਿੱਚ ਯੋਗ ਹੈ। ਤੁਹਾਡੇ ਮਤ ਵਿੱਚ ਜੋ ਯੋਗ ਹੈ ਇਹ ਬਹੁਤ ਕਠਿਨ ਹੈ ਤੇ ਕਲਯੁਗ ਵਿੱਚ ਮਨੁੱਖਾਂ ਪਾਸੋਂ ਹੋਣਾ ਕਠਿਨ ਹੈ। ਇਸ ਨਾਲ ਸਰੀਰ ਨੂੰ ਰੋਗ ਲੱਗ ਜਾਂਦੇ ਹਨ। ਜੇ ਕਿਸੇ ਪੂਰਨ ਗੁਰੂ ਤੋਂ ਯੋਗ ਲੈ ਕੇ ਮਨ ਨੂੰ ਟਿਕਾ ਵੀ ਲਿਆ ਜਾਵੇ ਤਾਂ ਫਿਰ ਮਨ ਰਿੱਧੀਆਂ ਸਿੱਧੀਆਂ ਵਿੱਚ ਫਸ ਕੇ ਜਗਤ ਵਾਸ਼ਨਾ ਵਿੱਚ ਭਰਮਣ ਲੱਗ ਪੈਂਦਾ ਹੈ। ਪਰੰਤੂ ਸਾਡੇ ਸਿੱਖ ਆਤਮ ਗਿਆਨ ਪ੍ਰਾਪਤ ਕਰਕੇ ਉਸਦੇ ਰੰਗ ਵਿੱਚ ਆਪ ਰੰਗੇ ਰਹਿੰਦੇ ਹਨ ਅਤੇ ਸਾਰੇ ਜਗਤ ਨੂੰ ਆਨੰਦ ਰੂਪ ਹੀ ਜਾਣਦੇ ਹਨ। ਪ੍ਰੇਮ ਤੋਂ ਬਿਨਾਂ ਯੋਗ ਨਾਲ ਪ੍ਰਭੂ ਪ੍ਰਾਪਤੀ ਨਹੀਂ ਹੋ ਸਕਦੀ। ਜਿਹੜੀ ਬਾਂਸਰੀ, ਹੇ ਜੋਗੀ ਤੂੰ ਹੱਥਾਂ ਨਾਲ ਬਾਜਾ ਵਜਾਉਂਦਾ ਹੈ ਪਰ ਮੂੰਹ ਨਾਲ ਜਿਹੜੀ ਬਾਂਸਰੀ ਵਜਾਉਂਦਾ ਹੈ ਇਹ ਪ੍ਰੇਮ ਰਸ ਤੋਂ ਬਿਨਾਂ ਖਾਲੀ ਵੱਜ ਰਹੀ ਹੈ। ਹੇ ਜੋਗੀ ਗੁਰੂ ਦੀ ਮੱਤ ਦੁਆਰਾ ਹਰੀ ਦੇ ਗੁਣਾਂ ਦਾ ਉਚਾਰਨ ਕਰੋ ਅਤੇ ਆਪਣੇ ਇਸ ਮਨ ਨੂੰ ਹਰੀ ਰੰਗ ਵਿੱਚ ਤਤਪਰ ਕਰ ਲਵੋ। ਹੇ ਜੋਗੀ ਹਰੀ ਨਾਮ ਰੰਗ ਦੀ ਮੱਤ ਤੇ ਉਪਦੇਸ਼ ਦੇ, ਜਿਹੜਾ ਪ੍ਰਭੂ ਸਦਾ ਹੀ ਇੱਕਸਾਰ ਵਰਤ ਰਿਹਾ ਅਥਵਾ ਵਿਆਪਕ ਹੈ। ਸਾਡੀ ਉਸਨੂੰ ਨਮਸਕਾਰ ਹੈ। ਤੁਸੀਂ ਬਹੁਤ ਤਰ੍ਹਾਂ ਕਰਕੇ ਰਾਗ ਗਾਉਂਦੇ ਹੋ ਅਤੇ ਤੁਹਾਡਾ ਇਹ ਮਨ ਇਹਨਾਂ ਖੇਡਾਂ ਵਿੱਚ ਖੇਡ ਰਿਹਾ ਹੈ। ਜੈਸਾ ਕਿ ਕੋਈ ਪੁਰਸ਼ ਖੇਤੀ ਨੂੰ ਪਾਣੀ ਦੇਣ ਵਾਸਤੇ ਖੂਹ ਜੋਵੇ ਪਰ ਉਸ ਖੇਤੀ ਨੂੰ ਬੈਲ ਪਹਿਲਾਂ ਚਰ ਗਏ ਹੋਣ ਤਾਂ ਫਿਰ ਖੇਤੀ ਨੂੰ ਪਾਣੀ ਦੇਣ ਦਾ ਕੀ ਲਾਭ ਹੋਵੇਗਾ। ਇਸ ਤਰ੍ਹਾਂ ਹੀ ਤੁਹਾਡਾ ਇਹ ਮਨ ਤਾਂ ਰਾਗ ਰੰਗਾਂ ਵਿੱਚ ਹੀ ਖੇਡ ਰਿਹਾ ਹੈ। ਇਸ ਨੂੰ ਪ੍ਰਭੂ ਪ੍ਰਾਪਤੀ ਕਿਸ ਤਰ੍ਹਾਂ ਹੋ ਸਕਦੀ ਹੈ। ਹੇ ਜੋਗੀ ਆਪਣੇ ਸਰੀਰ ਰੂਪੀ ਖੇਤ ਵਿੱਚ ਸ਼ੁਭ ਕਰਮਾਂ ਦਾ ਬੀਜ ਬੀਜੋ ਜਿਸ ਨਾਲ ਤੁਹਾਡਾ ਹਿਰਦਾ ਪ੍ਰਫੁੱਲਤ ਹੋਵੇ। ਆਪਣੇ ਮਨ ਨੂੰ ਅਸਥਿਰ ਕਰਕੇ ਜੋੜੋ ਅਤੇ ਸ਼ੁਭ ਕਰਮਾਂ ਦੀ ਖੇਤੀ ਨੂੰ ਗੁਰੂ ਦੀ ਸਿੱਖਿਆ ਰੂਪੀ ਪਾਣੀ ਨਾਲ ਸਿੰਚਣਾ ਕਰੋ। ਇਹ ਸਾਰੇ ਜੋਗੀ ਜੰਗਮ ਆਦਿ ਜੋ ਸੰਸਾਰ ਵਿੱਚ ਭੇਖ ਹਨ, ਹੇ ਪ੍ਰਭੂ ਤੇਰੇ ਹੀ ਸਾਜੇ ਹੋਏ ਹਨ ਅਤੇ ਜਿਹੜੀ ਮੱਤ ਇਹਨਾਂ ਨੂੰ ਤੁਸੀਂ ਦਿੰਦੇ ਹੋ ਉਹ ਉਸ ਉੱਤੇ ਹੀ ਚੱਲਦੇ ਹਨ। ਹੇ ਅੰਤਰਯਾਮੀ ਪ੍ਰਭੂ ਮੇਰੇ ਇਸ ਮਨ ਨੂੰ ਪ੍ਰੇਰ ਕੇ ਆਪਣੇ ਚਰਨਾਂ ਵਿੱਚ ਲਾ ਲਵੋ। ਸਤਿਗੁਰੂ ਜੀ ਤੋਂ ਇਹ ਸ਼ਬਦ ਦੇ ਭਾਵਾਰਥ ਸਮਝ ਕੇ ਸਿੱਧ ਆਪ ਜੀ ਨੂੰ ਗੁਰੂ ਨਾਨਕ ਸਰੂਪ ਜਾਣ ਕਰਕੇ ਯਥਾਰਥ ਸਨਮਾਨ ਨਾਲ ਆਦੇਸ਼ ਕਰਕੇ ਆਪਣੇ ਟਿਕਾਣਿਆਂ ਨੂੰ ਚਲੇ ਗਏ।